ਧੰਨ ਵਾਹਿਗੁਰੂ ਜੀਓ। ਜੋ ਬਨ ਜਾਂਦੇ ਨਾ ਡਰਾਂ, ਜੀ ਸ਼ਹ ਪ੍ਰੀਤ ਨ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨਾ, ਸੁੱਕ ਗਏ ਕੁਮਲਾਏ। ਜੋ ਬਨ ਜਾਂਦੇ ਨਾ ਡਰਾਂ, ਜੀ ਸ਼ਹ ਪ੍ਰੀਤ ਨ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨਾ, ਸੁੱਕ ਗਏ ਕੁਮਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਅਦਬ ਔਰ ਬੜੇ ਪ੍ਰੇਮ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਰੋਜ਼ਾਨਾ ਹੀ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਲੜੀਵਾਰ ਵਿਚਾਰ ਇਹਨਾਂ ਦੀਵਾਨਾਂ ਦੇ ਅੰਦਰ ਕਰਦਿਆਂ ਹੋਇਆਂ ਇਸ ਪਾਵਨ ਉਪਦੇਸ਼ ਨੂੰ ਸਮਝਣ ਅਤੇ ਵਿਚਾਰਨ ਦਾ ਯਤਨ ਕਰ ਰਹੇ ਹਾਂ, ਜਿਸ ਵਿੱਚ ਆਪਾਂ ਹੁਣ ਤੱਕ 33 ਸ਼ਲੋਕ ਲੜੀਵਾਰ ਇਹਨਾਂ ਦੀਵਾਨਾਂ ਦੇ ਵਿੱਚ ਵਿਚਾਰੇ ਹਨ। ਔਰ ਜਿਸ ਸ਼ਲੋਕ ਦਾ ਪਾਠ ਆਪ ਜੀ ਨੇ ਹੁਣ ਸੁਣਿਆ ਹੈ, ਇਸੇ ਲੜੀ ਤਹਿਤ 34 ਨੰਬਰ ਸ਼ਲੋਕ ਹੈ। ਆਮ ਰੂਪ ਵਿੱਚ ਜੋਬਨ ਜਵਾਨੀ ਨੂੰ ਕਿਹਾ ਜਾਂਦਾ ਹੈ। ਮਨੁੱਖ ਦਾ ਬਚਪਨਾ ਥੋੜਾ ਅਚੇਤ ਰੂਪ ਵਿੱਚ ਗੁਜ਼ਰਦਾ ਹੈ, ਕਿਉਂਕਿ ਉਸ ਦੀ ਪਰਵਰਿਸ਼ ਹੁੰਦਿਆਂ ਤੇ ਦੁਨੀਆਦਾਰੀ ਦੀ ਸਮਝ ਲੱਗਦਿਆਂ, ਜ਼ਿੰਮੇਵਾਰੀਆਂ ਤੇ ਫਰਜ਼ਾਂ ਦਾ ਅਹਿਸਾਸ ਹੁੰਦਿਆਂ ਉਸ ਨੂੰ ਸਮਾਂ ਲੱਗਦਾ ਹੈ। ਜਵਾਨੀ ਨੂੰ ਮੁੱਢਲੇ ਰੂਪ ਵਿੱਚ ਅਸੀਂ ਸਭ ਤੋਂ ਜ਼ਿੰਦਗੀ ਦੀ ਤਾਕਤ ਵਾਲੀ ਅਵਸਥਾ ਗਿਣਦੇ ਹਾਂ, ਜਿੱਥੇ ਸਰੀਰ ਵਿੱਚ ਜੋਸ਼ ਵੀ ਹੈ, ਤਾਕਤ ਵੀ ਹੈ, ਕੁਝ ਕਰ ਗੁਜ਼ਰਨ ਦੀ ਮਨੁੱਖ ਦੇ ਅੰਦਰ ਸਮਰੱਥਾ ਤੇ ਅਹਿਸਾਸ ਪੈਦਾ ਹੁੰਦੇ ਹਨ। ਜਿਉਂ-ਜਿਉਂ ਮਨੁੱਖ ਦੀ ਜਵਾਨੀ ਢਲਦੀ ਹੈ, ਉਹ ਬੁਢੇਪੇ ਵੱਲ ਨੂੰ ਸਫ਼ਰ ਕਰਦਾ ਹੈ ਅਤੇ ਆਪਣੀ ਜਵਾਨੀ ਦੀ ਉਮਰ ਨੂੰ ਬਾਰ-ਬਾਰ ਉਹ ਚੇਤੇ ਕਰਦਾ ਹੈ। ਔਰ ਖਾਸ ਤੌਰ ਦੇ ਉੱਤੇ ਜਦੋਂ ਬੁਢੇਪੇ ਵਿੱਚ ਪਹੁੰਚ ਜਾਂਦਾ ਹੈ ਤੇ ਜਿਸ ਵੇਲੇ ਉਹ ਬੱਚਿਆਂ ਨਾਲ ਖੇਡਦਾ ਹੈ, ਬੱਚਿਆਂ ਨਾਲ ਹੱਸਦਾ ਹੈ, ਬੱਚਿਆਂ ਨਾਲ ਕੋਈ ਬਜ਼ੁਰਗ ਬੈਠਦਾ ਹੈ, ਉਹਨਾਂ ਵਿੱਚੋਂ ਉਹ ਆਪਣਾ ਬਚਪਨ ਤੱਕਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਇਸ ਪੜਾਅ ਨੂੰ ਉਸਨੇ ਮਾਣ ਲਿਆ ਹੁੰਦਾ ਹੈ, ਜ਼ਿੰਦਗੀ ਦੀ ਇਸ ਅਵਸਥਾ ਨੂੰ ਉਸਨੇ ਵੇਖਿਆ ਹੁੰਦਾ ਹੈ। ਆਮ ਰੂਪ ਵਿੱਚ ਸਮਾਜ ਅੰਦਰ ਜਵਾਨੀ ਦੀ ਅਵਸਥਾ ਵਿੱਚ ਬਹੁਤ ਘੱਟ ਪਰਸੈਂਟੇਜ ਯੰਗ ਏਜਡ ਹਨ, ਨੌਜਵਾਨ ਹਨ, ਜਿਹੜੇ ਬਜ਼ੁਰਗਾਂ ਕੋਲ ਬੈਠਦੇ ਹਨ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੀ ਅਵਸਥਾ ਜਿਹੜੀ ਹੈ ਥੋੜੀ ਦੌੜ ਭੱਜ ਵਾਲੀ ਹੁੰਦੀ ਹੈ, ਆਪਣੇ ਆਪ ਵਿੱਚ ਹੁੰਦੀ ਹੈ। ਕੁਝ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰਾਂ ਸਿਰ ਹੋਣ ਵਾਸਤੇ ਮਿਹਨਤ ਵੀ ਕਰਨੀ ਹੈ, ਕੁਝ ਸੰਸਾਰ ਨੂੰ ਹੋਰ ਰੂਪ ਵਿੱਚ ਉਹ ਵੇਖਦੇ ਨੇ। ਪਰ ਇੱਕ ਬਚਪਨਾ ਐਸਾ ਹੁੰਦਾ ਹੈ ਜਿਸ ਦਾ ਸਭ ਤੋਂ ਵਧੇਰੇ ਬੁਢੇਪੇ ਦੀ ਅਵਸਥਾ ਵਿੱਚ ਬੰਦੇ ਦਾ ਵਾਹ ਪੈਂਦਾ। ਆਪਣੇ ਪੋਤੇ ਪੋਤੀਆਂ, ਦੋਤੇ ਦੋਤੀਆਂ ਦੇ ਨਾਲ ਉਹ ਬੈਠਦਾ ਹੈ
ਉਹਨਾਂ ਨੂੰ ਪਾਲਣ ਤੇ ਖਿਡਾਉਣ ਦਾ ਉਸ ਨੂੰ ਸਬੱਬ ਤੇ ਮੌਕਾ ਬਣਦਾ ਹੈ, ਉਹ ਫਿਰ ਦੁਬਾਰਾ ਸਭ ਤੋਂ ਨੇੜੇ ਹੋ ਜਾਂਦਾ ਹੈ ਆਪਣੇ ਬਚਪਨ ਦੇ। ਉਹ ਬੱਚੇ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਬੜੇ ਗੌਰ ਨਾਲ ਸੁਣਦਾ ਤੇ ਉਸੇ ਰੂਪ ਵਿੱਚ ਉਹਨਾਂ ਦਾ ਉੱਤਰ ਦਿੰਦਾ। ਸੋ ਇਸ ਤਰ੍ਹਾਂ ਉਹਨਾਂ ਬੱਚਿਆਂ ਦੇ ਵਿੱਚੋਂ ਉਹ ਆਪਣੇ ਬਚਪਨ ਨੂੰ ਵੇਖਦਾ ਹੈ, ਮਾਣਦਾ ਵੀ ਹੈ, ਖੁਸ਼ ਵੀ ਹੁੰਦਾ ਹੈ। ਸਤਿਗੁਰੂ ਦੀ ਪਾਵਨ ਬਾਣੀ ਨੇ ਜਦੋਂ ਜੋਬਨ ਦੀ ਗੱਲ ਕੀਤੀ ਤੇ ਇਸ ਦਾ ਮਤਲਬ ਹੈ ਜਵਾਨੀ ਦੀ, ਭਰ ਜਵਾਨੀ ਦੀ ਅਵਸਥਾ, ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਪੜਾਅ, ਲਾਈਫ ਦਾ ਸਭ ਤੋਂ ਕੀਮਤੀ ਹਿੱਸਾ, ਜਿਹੜੇ ਅਸੀਂ ਪੜਾਅ ਸਟੈਪ ਬਾਈ ਸਟੈਪ ਜ਼ਿੰਦਗੀ ਦੇ ਤੈਅ ਕਰਦੇ। ਬਾਲ, ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਕਿਤੇ ਕਿਤੇ ਸਤਿਗੁਰੂ ਨੇ 10 ਪੜਾਅ ਵੀ ਮੰਨੇ ਨੇ, ਜਿਸ ਨੂੰ ਸਤਿਗੁਰੂ ਨੇ ਕਿਹਾ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਵ, ਚੌਥੇ ਪਿਆਰੂ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੁਆ ਸੁਆ। ਇੱਕ ਥਾਂ ਤੇ ਹੋਰ ਬਾ ਕਮਾਲ ਸਤਿਗੁਰੂ ਨੇ ਜੀਵਨ ਦਾ ਚਿਤਰਣ ਕੀਤਾ। 10 ਬਾਲ ਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ, 50 ਸੀ ਪੱਗ ਖਿਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸਹਿਜਾਸਣੀ, ਮੂਲ ਨਾ ਜਾਣੈ ਆਪ ਬਾਲ, ਟੰਡੋਲਿਮ ਢੂੰਡਿਮ ਡਿਠ ਮੈਂ, ਨਾਨਕ ਜਗ ਧੂਏ ਕਾ ਧਵਲਰ। ਸਤਿਗੁਰੂ ਨੇ ਇੱਥੇ ਜ਼ਿੰਦਗੀ ਨੂੰ 10-10 ਸਾਲਾਂ ਦੇ ਪੜਾਅ ਵਿੱਚ ਵੰਡ ਲਿਆ ਤੇ ਦੱਸਿਆ 10 ਬਾਲਪਨ, 20 ਰਵਣ, 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ, 50 ਸੀ ਪੱਗ ਖਿਸੈ, 60 ਕੇ ਬੁਢੇਪਾ ਆਵੈ। ਸੋ ਜ਼ਿੰਦਗੀ ਦੇ ਪੜਾਅ ਵੀ ਗਿਣ ਤੇ ਇਹਨਾਂ ਵਿੱਚੋਂ ਸੁਚੇਤ ਸਮਰੱਥਾ ਵਾਲਾ ਸਭ ਤੋਂ ਪੜਾਅ ਜਿਹੜਾ ਹੈ ਵਿਚਾਰਵਾਨਾਂ ਨੇ ਉਹ ਜਵਾਨੀ ਨੂੰ ਮੰਨਿਆ। ਇੱਥੇ ਸਾਡੀ ਪਿਛਲੀ ਪਰਵਰਿਸ਼ ਵੀ ਸਾਡੇ ਕੰਮ ਆਉਂਦੀ ਹੈ ਤੇ ਜ਼ਿੰਦਗੀ ਨੂੰ ਅਗੇਰੇ ਸਾਡੀ ਦਿਸ਼ਾ ਵੀ ਇੱਥੇ ਆ ਕੇ ਤੈਅ ਹੋ ਜਾਂਦੀ। ਸੰਸਾਰ ਦਾ ਕੌਣ ਵਿਅਕਤੀ ਹੈ ਜਿਸ ਨੂੰ ਆਪਣੀ ਜਵਾਨੀ ਗੁਜ਼ਰਦੀ ਹੋਈ ਚੰਗੀ ਲੱਗਦੀ ਹੈ? ਨਹੀਂ ਚੰਗੀ ਲੱਗਦੀ। ਜਿਸ ਵੇਲੇ ਥੋੜੇ ਥੋੜੇ ਧੌਲੇ ਆਉਣ ਲੱਗਦੇ ਨਾ ਦਾੜੀ ਵਿੱਚ, ਕੇਸਾਂ ਵਿੱਚ, ਬੜਾ ਅਟਪਟਾ ਜਿਹਾ ਇੱਕ ਵਾਰ ਮਹਿਸੂਸ ਹੁੰਦਾ ਹੈ ਕਿ ਮੇਰੇ ਕੇਸ ਕਿਉਂ ਕਾਲੇ ਹੋ ਰਹੇ ਨੇ। ਉਹਨੂੰ 2-4 ਵਾਲ ਚੁੱਭਦੇ ਨੇ, ਉਸ ਦੀ ਕੋਸ਼ਿਸ਼ ਹੁੰਦੀ ਉਖੜ ਜਾਣ ਜਾਂ ਉਖਾੜ ਦਿੱਤੇ ਜਾਣ। ਉਸ ਨੂੰ ਮਹਿਸੂਸ ਹੁੰਦਾ ਵੀ ਇਹ ਕਾਲੇ ਤੋਂ ਚਿੱਟਾ ਕੇਸ ਜਿਹੜਾ ਹੈ ਇਹ ਮੈਨੂੰ ਬੁਢੇਪੇ ਦਾ ਇਸ਼ਾਰਾ ਕਰ ਰਿਹਾ ਔਰ ਇਹ ਚੰਗਾ ਨਹੀਂ ਲੱਗਦਾ। ਹੌਲੀ 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 ਜਦੋਂ ਕੇਸ ਚਿੱਟੇ ਹੋਣ ਲੱਗਦੇ ਹਨ, ਜਿਸ ਵੇਲੇ ਸਰੀਰ ਦੇ ਵਿੱਚੋਂ ਬੁਢੇਪੇ ਦੀਆਂ ਨਿਸ਼ਾਨੀਆਂ ਉੱਭਰਨੀਆਂ ਸ਼ੁਰੂ ਹੋ ਜਾਂਦੀਆਂ ਹਨ, ਨਾ ਰੋਕਣ ਦੇ ਬਾਵਜੂਦ ਵੀ ਰੋਕਿਆ ਨਹੀਂ ਜਾ ਸਕਦਾ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈਐ, ਕੋ ਰਹਿ ਨਾ ਭਰੀਐ ਪਾਈਐ। ਤਾਂ ਕਈ ਵਾਰ ਬੰਦਾ ਇਹ ਵੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਪ੍ਰਵਾਨ ਨਹੀਂ ਨਾ ਹੁੰਦਾ ਇਸ ਅਵਸਥਾ ਚੋਂ ਗਾਂਹ ਨੂੰ ਤੁਰਨਾ, ਮਾਨਸਿਕਤਾ ਰੈਡੀ ਨਹੀਂ ਹੁੰਦੀ, ਤਿਆਰ ਨਹੀਂ ਹੁੰਦੀ। ਬਚਪਨ ਤੋਂ ਬੜੀ ਛੇਤੀ ਜਵਾਨੀ ਵੱਲ ਜਾਣ ਦੀ ਕਾਹਲੀ ਵੀ ਹੁੰਦੀ ਹੈ। ਬੰਦਾ ਆਪਣੇ ਕਦੀ ਵਾਰ ਤੁਸੀਂ ਵੇਖੋ 10-15 ਸਾਲ ਦਾ ਬੱਚਾ, 10-12 ਸਾਲ ਦਾ ਬੱਚਾ ਜਿਹੜਾ ਹੈ ਉਹ ਜਵਾਨ ਬੱਚਿਆਂ ਵਿੱਚ ਬਹਿ ਕੇ ਖੁਸ਼ ਹੁੰਦਾ ਹੈ। ਉਹਨੂੰ ਲੱਗਦਾ ਮੈਂ ਵੱਡਾ ਹੋ ਰਿਹਾ, ਉਹ ਮੈਚਿਓਰਿਟੀ ਸ਼ੋ ਕਰਦਾ ਹੈ। ਤੇ ਜਿਸ ਵੇਲੇ ਉਹਦੇ ਇੱਕ ਅੱਧਾ ਕੇਸ ਵੀ ਕਾਲਾ ਦਾੜੇ ਵਿੱਚ ਆ ਜਾਏ, ਸਿਰ ਦੇ ਵਾਲਾਂ ਵਿੱਚ ਆ ਜਾਏ, ਉਹਨੂੰ ਬੜਾ ਅਜੀਬ ਕਿਸਮ ਦਾ ਫੀਲ ਹੁੰਦਾ। ਉਹਨੂੰ ਲੱਗਦਾ ਹੁਣ ਮੈਂ ਬੁੱਢਿਆਂ 'ਚ ਬੈਠਾਂਗਾ, ਹੁਣ ਮੈਂ ਵੱਡਾ ਹੋ ਗਿਆ, ਹੁਣ ਮੇਰੀ ਜਵਾਨੀ ਗੁਜ਼ਰ ਗਈ। ਮਾਨਸਿਕਤਾ ਤਿਆਰ ਨਹੀਂ ਇਸ ਚੀਜ਼ ਲਈ ਵੀ ਇਹ ਵੀ ਜ਼ਿੰਦਗੀ ਦਾ ਇੱਕ ਸਟੈਪ ਹੈ, ਪੜਾਅ ਹੈ, ਨੇ ਚੱਲਦੇ ਜਾਣਾ। ਤਾਂ ਕਈ ਵਾਰ ਬੰਦਾ ਉਹਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕਰਦਾ, ਚਿਹਰੇ ਤੋਂ ਵੀ, ਵਾਲਾਂ ਤੋਂ ਵੀ, ਹਰ ਤਰੀਕੇ ਨਾਲ। ਪਰ ਮੇਰੇ ਗੁਰੂਦੇਵ ਕਹਿੰਦੇ ਨੇ ਤੂੰ ਥੋੜਾ ਚਿਰ ਆਪਣੀ ਦਿੱਖ ਨੂੰ ਲੁਕਾ ਸਕਦਾ ਲੋਕਾਂ ਤੋਂ, ਪਰ ਜਿਹੜੀ ਪਾਈ ਭਰ ਰਹੀ ਆ ਉਹਦਾ ਕੀ ਕਰੇਗਾ? ਜਿਹੜਾ ਸਮਾਂ ਗੁਜ਼ਰ ਰਿਹਾ ਉਹਦਾ ਕੀ ਕਰੇਗਾ? ਉਹਨੂੰ ਤਾਂ ਤੂੰ ਭਰੀ ਹੋਈ ਪਾਈ ਨੂੰ ਤੇ ਖਾਲੀ ਉਣਾ ਨਹੀਂ ਨਾ ਕਰ ਸਕਦਾ।
ਸਮੇਂ ਨੂੰ ਤਾਂ ਤੂੰ ਬੈਕ ਪਛਾਣ ਨੂੰ ਨਹੀਂ ਨਾ ਲਿਜਾ ਸਕਦਾ। ਹਾਂ, ਕੁਝ ਚੀਜ਼ਾਂ ਜਿਹੜੀਆਂ ਨਿਸ਼ਾਨੀਆਂ ਉੱਭਰਦੀਆਂ ਉਹਨੂੰ ਲੁਕਾਉਣ ਦਾ ਉਹ ਵੀ ਕੁਝ ਸਮਾਂ ਹੀ ਯਤਨ ਕਰ ਸਕਦਾ ਤੂੰ। ਜਦੋਂ ਫਿਰ ਸਰੀਰ ਜਵਾਬ ਦੇਣਾ ਸ਼ੁਰੂ ਕਰ ਦੇਵੇ, ਇਕੱਲੇ ਫਿਰ ਕੇਸ ਕਾਲੇ ਕੀਤੇ ਕੀ ਕਰਨਗੇ? ਜਦੋਂ ਬਾਕੀ ਸਰੀਰ ਨੇ ਹੀ ਸਾਥ ਦੇਣਾ ਛੱਡ ਦਿੱਤਾ ਤੇ ਕੇਸਾਂ ਨੂੰ ਤਾਂ ਭਾਵੇਂ ਬੰਦਾ ਲੁਕਾਉਣ ਦਾ ਯਤਨ ਕਰ ਵੀ ਲਵੇ, ਬਾਕੀ ਪਾਸੇ ਉੱਭਰ ਆਏਗੀ ਜਿਹੜੀ ਸਰੀਰ ਦੀ ਅਵਸਥਾ ਜਿਹੜੀ ਹੈ, ਉਹਨੇ ਬਾਕੀ ਨੇ ਦੱਸ ਦੇਣਾ ਕਿ ਹੁਣ ਉਮਰ ਵਡੇਰੀ ਹੋ ਗਈ। ਤੋ ਜਾਨੀ ਕਿ ਮੈਂ ਇੱਥੇ ਮਨੁੱਖੀ ਮਾਨਸਿਕਤਾ ਦਾ ਜ਼ਿਕਰ ਕਰ ਰਿਹਾ ਵੀ ਕਈ ਵਾਰ ਅਸੀਂ ਜ਼ਿੰਦਗੀ ਦੇ ਇਸ ਪੜਾਅ ਨੂੰ ਅਸੈਪਟ ਨਹੀਂ ਕਰਦੇ, ਪ੍ਰਵਾਨ ਨਹੀਂ ਕਰਦੇ, ਔਰ ਜੋਬਨ ਦੀ ਅਵਸਥਾ ਨੂੰ ਜੀਵਨ ਦਾ ਸਭ ਤੋਂ ਸੁਨਹਿਰੀ ਪੜਾਅ ਮੰਨਿਆ ਗਿਆ। ਇਸ ਲਈ ਸਾਡੇ ਕਲਚਰ ਵਿੱਚ ਵੀ ਤੁਸੀਂ ਵੇਖੋ, ਜਵਾਨੀਆਂ ਮਾਣੇ ਦੀ ਖਾਸ ਤੌਰ ਦੇ ਉੱਤੇ ਅਸੀਸ ਬਜ਼ੁਰਗ ਦਿੰਦੇ ਨੇ, ਤੂੰ ਜਵਾਨੀਆਂ ਮਾਣੇ, ਉਮਰ ਲੰਮੀ ਹੋਵੇ। ਇਹ ਸਾਰੀਆਂ ਚੀਜ਼ਾਂ ਇਸੇ ਗੱਲ ਦੀਆਂ ਸੂਚਕ ਨੇ। ਬੰਦਾ ਜ਼ਿੰਦਗੀ ਨੂੰ ਪਿਆਰ ਕਰਦਾ ਹੈ, ਜ਼ਿੰਦਗੀ ਦੇ ਵਿੱਚੋਂ ਵੀ ਉਹ ਆਪਣੀ ਜਵਾਨੀ ਨੂੰ ਖੂਬ ਪਿਆਰ ਕਰਦਾ, ਪਰ ਇਸ ਜਵਾਨੀ ਦੇ ਵੱਟੇ ਵੀ ਕਿਸੇ ਨੂੰ ਕੁਝ ਪਿਆਰਾ ਹੋਵੇ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਜੋਬਨ ਜਾਂਦੇ ਨਾ ਡਰਾਂ, ਮੇਰੀ ਜਵਾਨੀ ਵੀ ਚਲੀ ਜਾਏ ਤਾਂ ਮੈਨੂੰ ਕੋਈ ਖਦਸ਼ਾ ਨਹੀਂ, ਡਰ ਨਹੀਂ, ਮਲਾਲ ਕੋਈ ਨਹੀਂ। ਪਰ ਹਾਂ, ਇੱਕ ਸ਼ਰਤ ਹੈ, ਜੇ ਸ਼ਾਹ ਪ੍ਰੀਤ ਨਾ ਜਾਏ। ਪਿਆਰੇ ਪਰਮੇਸ਼ਰ ਦੀ ਮੁਹੱਬਤ ਵਿੱਚ ਉਹਦੇ ਪਿਆਰ ਨੂੰ ਮਾਣਦਿਆਂ ਜਵਾਨੀ ਵੀ ਗੁਜ਼ਰ ਜਾਏ ਨਾ, ਤੇ ਮੈਨੂੰ ਜਵਾਨੀ ਗੁਜ਼ਰਨ ਦਾ ਉਹਨਾਂ ਮਲਾਲ ਦੁੱਖ ਨਹੀਂ ਹੋਏਗਾ, ਮੈਨੂੰ ਮਾਣ ਫਕਰ ਹੋਏਗਾ ਪਰਮੇਸ਼ਰ ਦੀ ਮੁਹੱਬਤ ਉੱਤੇ। ਯਾਨੀ ਕਿ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਤੇ ਕੀਮਤੀ ਪਲ ਨੇ ਨਾ ਜਿਹੜੇ ਮੇਰੇ ਜੀਵਨ ਦੇ, ਉਹ ਵੀ ਜੇ ਉਹਦੀ ਮੁਹੱਬਤ ਵਿੱਚ ਗੁਜ਼ਰ ਜਾਣ ਤੇ ਮੈਂ ਸਮਝਾਂਗਾ ਕਿ ਮੈਂ ਜ਼ਿੰਦਗੀ 'ਚ ਕੁਝ ਹਾਸਲ ਕਰ ਲਿਆ। ਪਰ ਨਾਲ ਹੀ ਜ਼ਿਕਰ ਕੀਤਾ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮੜਾਏ। हे ਫਰੀਦ, ਪਤਾ ਨਹੀਂ ਕਿੰਨੇ ਕੁ ਹੀ ਜੀਵਨ, ਕਿੰਨੀਆਂ ਹੀ ਜਵਾਨੀਆਂ, ਕਿੰਨੇ ਹੀ ਜ਼ਿੰਦਗੀ ਦੇ, ਕਿੰਨੇ ਲੋਕਾਂ ਦੇ, ਕਿੰਨੇ ਹੀ ਜ਼ਿੰਦਗੀ ਦੇ ਸੁਨਹਿਰੀ ਤੇ ਬੜੇ ਕੀਮਤੀ ਪਲ ਪਰਮੇਸ਼ਰ ਦੀ ਮੁਹੱਬਤ, ਰੱਬ ਦੇ ਅਹਿਸਾਸ, ਪਰਮੇਸ਼ਰ ਦੇ ਗੁਣਾਂ ਤੋਂ ਬਿਨਾਂ ਵਕਾਰਾਂ, ਅਗਿਆਨਤਾ, ਮੰਦੇ ਅਮਲ, ਭੈੜੀਆਂ ਆਦਤਾਂ ਦੇ ਵਿੱਚ ਗਲਤਾਨ ਹੋ ਕੇ ਕੁਮੜਾਏ ਤੇ ਕੁਮੜਾ ਕੇ ਸੁੱਕ ਗਏ। ਤੁਸੀਂ ਕਦੇ ਬੂਟੇ ਨੂੰ ਵੇਖੋ, ਬੂਟੇ ਦੇ ਉੱਤੇ ਫੁੱਲ ਲੱਗਦਾ ਹੈ ਨਾ, ਫੁੱਲ ਪਹਿਲਾਂ ਕੁਮੜਾਉਂਦਾ ਹੈ। ਕੁਮੜਾਉਣਾ ਉਸ ਦਾ ਇਸ ਗੱਲ ਦਾ ਸੂਚਕ ਹੈ ਕਿ ਇਸ ਦਾ ਖੇੜਾ ਗਵਾਚ ਗਿਆ। ਜਦੋਂ ਕੁਮੜਾ ਜਾਂਦਾ ਹੈ ਤੇ ਫਿਰ ਉਹ ਸੁੱਕ ਜਾਂਦਾ ਹੈ ਹੌਲੀ ਹੌਲੀ। ਕੋਈ ਵੀ ਬੂਟਾ ਪਹਿਲਾਂ ਕੁਮੜਾਏਗਾ, ਜਦੋਂ ਆਪਣੀ ਜੜ ਨਾਲੋਂ ਪੱਤਾ ਟੁੱਟ ਜਾਏ, ਫੁੱਲ ਟੁੱਟ ਜਾਏ, ਪਹਿਲਾਂ ਹੌਲੀ 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 ਕੁਮੜਾਉਣਾ ਸ਼ੁਰੂ ਕਰਦਾ ਤੇ ਫਿਰ ਹੌਲੀ ਹੌਲੀ ਸੁੱਕਣਾ ਸ਼ੁਰੂ ਕਰਦਾ। ਸੁੱਕ ਗਏ ਕੁਮੜਾਏ, ਕੁਮੜਾ ਕੇ ਸੁੱਕ ਗਏ। ਕਿੰਨੇ ਹੀ ਜ਼ਿੰਦਗੀ ਦੇ ਕੀਮਤੀ ਪਲ, ਕਿੰਨੀਆਂ ਹੀ ਜਵਾਨੀਆਂ ਉਸ ਮਾਲਕ ਵਾਹਿਗੁਰੂ ਦੀ ਇਬਾਦਤ ਤੋਂ ਸਖਣੀਆਂ ਵਿਸ਼ਿਆਂ ਵਕਾਰਾਂ ਵਿੱਚ ਕੁਮੜਾ, ਉਹਨਾਂ ਦੇ ਅੰਦਰ ਉਹ ਖੇੜਾ ਨਹੀਂ ਰਿਹਾ, ਤਾਜ਼ਗੀ ਨਹੀਂ ਰਹੀ, ਉਤਸ਼ਾਹ ਨਹੀਂ ਰਿਹਾ, ਚੜ੍ਹਦੀ ਕਲਾ ਦਾ ਸੁਭਾਅ ਨਹੀਂ ਰਿਹਾ, ਉਹ ਮਿੱਠਤ ਨਹੀਂ ਰਹੀ, ਉਹ ਚੰਗਿਆਈ ਨਹੀਂ ਰਹੀ। ਉਹ ਚੰਗਿਆਈ ਤੋਂ, ਸੱਚ ਤੋਂ ਬਿਨਾਂ ਕੁਮੜਾਈਆਂ ਹੋਈਆਂ ਸੁਰਤਾਂ ਅਖੀਰ ਨੂੰ ਸੁੱਕ ਸੜ ਵੀ ਗਈਆਂ, ਅਖੀਰ ਉਹ ਸੁੱਕ ਸੜ ਗਈਆਂ। ਉਹਨਾਂ ਦੇ ਅੰਦਰ ਤਪਸ਼ ਵਾਪਰ ਗਈ, ਉਹਨਾਂ ਦੀਆਂ ਸੁਰਤਾਂ ਜਿਹੜੀਆਂ ਸਾਨੂੰ ਜਰ ਬੁਢੇਪੇ ਦੀਆਂ ਸ਼ਿਕਾਰ ਹੋ ਗਈਆਂ। ਅਗਲੇ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਬਖਸ਼ਿਸ਼ ਕਰਦੇ ਨੇ, ਫਰੀਦਾ ਚਿੰਤ ਖਟੋਲਾ ਵਾਣ ਦੁਖ, ਬਿਰਹਿ ਵਿਛਾਵਣ ਲੀਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। हे ਫਰੀਦ, ਚਿੰਤ ਖਟੋਲਾ, ਖਟੋਲਾ ਆਪਾਂ ਕਹਿੰਦੇ ਆ ਮੰਜੇ ਦਾ ਜਿਹੜਾ ਸਟਰਕਚਰ ਹੁੰਦਾ ਹੈ, ਪਾਵੇ ਸੇਰੂ ਹੀ ਆਦਿਕ ਸਾਰਾ ਜਿਹੜਾ ਬਣਿਆ ਹੁੰਦਾ, ਮਾਨੋ ਚਿੰਤਾ ਦਾ ਖਟੋਲਾ ਹੈ। ਤੇ ਉਹਨੂੰ ਉਣਿਆ ਕਾਦੇ ਨਾਲ, ਕਿਹੜੇ ਵਾਣ ਨਾਲ? ਦੁੱਖ ਦੇ ਵਾਣ ਨਾਲ। ਚਿੰਤਾ ਚੋਂ ਜਿਹੜਾ ਦੁੱਖ ਪੈਦਾ ਹੁੰਦਾ, ਸਟੈਪ ਬਾਈ ਸਟੈਪ ਜੇ ਸਮਝੀਏ ਨਾ ਸਾਰੇ ਸ਼ਲੋਕ ਦੀ ਬੋਲੀ ਨੂੰ, ਪਹਿਲਾਂ ਅਸੀਂ ਲੱਕੜ ਜਾਂ ਲੋਹੇ ਆਦਿਕ ਦਾ ਸਟਰਕਚਰ ਹੀ ਤਿਆਰ ਕਰਦੇ ਹਾਂ ਨਾ, ਮੰਜਾ ਬਣਾਉਣਾ ਹੋਵੇ ਤਾਂ, ਚਾਰ ਪਾਈ ਤਿਆਰ ਕਰਨੀ ਹੋਵੇ, ਫਿਰ ਉਹਨੂੰ ਵਾਣ ਆਦਿਕ ਨਾਲ ਉਣਿਆ ਜਾਂਦਾ, ਰੱਸੀਆਂ ਨਾਲ।
ਫਿਰ ਉਹਦੇ ਉੱਤੇ ਤਲਾਈ ਆਦਿਕ ਵਿਛਾ ਕੇ ਜਦੋਂ ਉਣਿਆ ਜਾਂਦਾ ਤੇ ਫਿਰ ਬੰਦਾ ਸੌਂਦਾ ਬਿਸਤਰਾ ਵਿਛਾ ਕੇ। ਤਿੰਨ ਚੀਜ਼ਾਂ ਹੋ ਗਈਆਂ। ਪਹਿਲਾਂ ਮੰਜੇ ਦਾ ਸਟਰਕਚਰ ਹੈ, ਫਿਰ ਉਹਨੂੰ ਵਾਣ ਨਾਲ ਉਣਿਆ ਗਿਆ ਤੇ ਫਿਰ ਉਹਦੇ ਉੱਤੇ ਤਲਾਈ ਵਿਛਾਈ ਤੇ ਫਿਰ ਬੰਦਾ ਸੁੱਤਾ। ਇਉਂ ਸਟੈਪ ਬਾਈ ਸਟੈਪ ਸਮਝੀਏ। ਮੰਜਾ ਕਾਹਦਾ ਹੈ? ਮੰਜੇ ਦਾ ਸਟਰਕਚਰ ਕਾਹਦਾ ਹੈ? ਢਾਂਚਾ ਕਾਹਦਾ ਹੈ? ਚਿੰਤਾ ਦਾ। ਉਹਨੂੰ ਉਣਿਆ ਕਿਹੜੇ ਵਾਣ ਨਾਲ ਹੈ? ਦੁੱਖ ਨਾਲ। ਉਹਦੇ ਤੇ ਤਲਾਈ ਕਿਹੜੀ ਵਿਛਾਈ? ਬਿਸਤਰਾ ਕਾਹਦਾ ਵਿਛਾਇਆ? ਵਿਛੋੜੇ ਦਾ। ਤਿੰਨ ਚੀਜ਼ਾਂ ਜ਼ਿੰਦਗੀ, ਯਾਨੀ ਕਿ ਤਿੰਨ ਜੀਵਨ ਨੂੰ ਦੁੱਖ ਦੇਣ ਵਾਲੀਆਂ ਅਵਸਥਾਵਾਂ ਮੇਰੇ ਅੰਦਰ ਨੇ। ਚਿੰਤਾ ਹੈ, ਚਿੰਤਾ ਵਿੱਚੋਂ ਨਿਕਲਿਆ ਹੋਇਆ ਦੁੱਖ ਹੈ, ਤੇ ਇਹ ਦੁੱਖ ਵਿਛੋੜੇ ਦਾ ਸੱਲ ਪੈਦਾ ਕਰਦਾ, ਤਕਲੀਫ, ਵਿਛੜੇ ਹੋਣ ਕਰਕੇ ਅਹਿਸਾਸ ਜਿਹੜਾ ਮੇਰੇ ਅੰਦਰ ਪੈਦਾ ਹੋ। ਕਹਿੰਦੇ ਮੇਰੀ ਜ਼ਿੰਦਗੀ ਤਾਂ ਇਹੋ ਜਿਹੀ ਸੇਜ ਉੱਤੇ ਗੁਜ਼ਰਦੀ ਹੈ। ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ। ਲੇਫ ਤਲਾਈ ਨੂੰ ਕਹਿੰਦੇ ਨੇ। ਇਹ ਹਮਾਰਾ ਜੀਵਨ, ਇਹ ਸਾਡੀ ਜ਼ਿੰਦਗੀ ਜਿਉਣ ਦਾ ਢੰਗ ਹੈ। ਚਿੰਤਾ 'ਚ ਗਰਸੇ ਹੋਏ ਆ, ਅੰਦਰ ਦੇ ਦੁੱਖ ਸਾਨੂੰ ਖੋਰਾ ਲਾ ਰਹੇ ਹਨ, ਪਰ ਇਹ ਚਿੰਤਾ ਤੇ ਇਹ ਦੁੱਖ ਜਿਹੜਾ ਹੈ ਇਹ ਤੈਥੋਂ ਵਿਛੜ ਕੇ ਸਾਡੇ ਜੀਵਨ 'ਚ ਪੈਦਾ ਹੋਇਆ। ਫਿਰ ਸਮਝੀਏ ਇਹ ਵਿਛੋੜੇ ਕਰਕੇ। ਮਾਲਕ ਤੋਂ ਵਿਛੜ ਜਾਣ ਸਦਕਾ ਅਸੀਂ ਨਿੱਕੀ ਨਿੱਕੀ ਗੱਲ ਦੀ ਕੀ ਹੋਏਗਾ, ਕਿਵੇਂ ਹੋਏਗਾ, ਉਹ ਚਿੰਤਾ ਕਰਦੇ ਹਾਂ, ਕਿਉਂਕਿ ਸਾਨੂੰ ਉਹਦੇ ਹੁਕਮ ਵਿੱਚ ਚੱਲਣਾ ਨਹੀਂ ਆਉਂਦਾ। ਸਾਨੂੰ ਉਹਦੀ ਰਜ਼ਾ ਤੇ ਉਹਦਾ ਭਾਣਾ ਚੰਗਾ ਨਹੀਂ ਲੱਗਦਾ। ਇਸ ਕਰਕੇ ਚਿੰਤਾਵਾਂ ਦੇ ਭਾਰ ਚੁੱਕਦੇ ਹਾਂ ਕਿ ਖੌਰੇ ਸਾਡੇ ਚਿੰਤਾ ਕਰਨ ਨਾਲ ਹੀ ਸਭ ਕੁ ਮਸਲੇ ਹੱਲ ਹੋਣਗੇ। ਇਹ ਚਿੰਤਾ ਸਾਨੂੰ ਦਿਨ ਰਾਤ ਘੁਣ ਵਾਂਗ ਅੰਦਰੋਂ ਖਾਂਦੀ ਹੈ ਤੇ ਸਾਨੂੰ ਪਰੇਸ਼ਾਨੀ, ਤਕਲੀਫ ਦੇ ਵਿੱਚ ਸੁੱਟਦੀ ਹੈ, ਸਾੜਦੀ ਰਹਿੰਦੀ ਹੈ। ਹੁਣ ਵਿਛੋੜੇ ਚੋਂ ਚਿੰਤਾ ਤੇ ਚਿੰਤਾ ਚੋਂ ਦੁੱਖ, ਤਿੰਨ ਚੀਜ਼ਾਂ ਰਲ ਗਈਆਂ। ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਨ। ਇਹ ਮੇਰੇ ਮਾਲਕ, ਇਹ ਹੈ ਸਾਡਾ ਜੀਣਾ। ਇਹਨਾਂ ਤਿੰਨ ਵਿਪਦਾਵਾਂ ਤੇ ਮੁਸ਼ਕਿਲਾਂ ਵਿੱਚ ਸਾਡੀ ਜ਼ਿੰਦਗੀ ਘਿਰੀ ਹੋਈ ਹੈ। ਇਹੋ ਜੀ ਅਸੀਂ ਜ਼ਿੰਦਗੀ ਜਿਉਨੇ। ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ, ਮੇਰੇ ਸੱਚੇ ਸਾਹਿਬ ਵੇਖ ਸਾਡੀ ਹਾਲਤ, ਵੇਖ ਸਾਡਾ ਜੀਣਾ, ਵੇਖ ਸਾਡੀ ਜ਼ਿੰਦਗੀ ਦਾ ਮਿਆਰ। ਅਸੀਂ ਇਹਨਾਂ ਦੁੱਖਾਂ ਵਿੱਚ ਘਿਰੇ, ਤੈਥੋਂ ਵਿਛੜ ਕੇ ਚਿੰਤਾਵਾਂ 'ਚ ਘਿਰੇ ਆ। ਚਿੰਤਾਵਾਂ 'ਚੋਂ ਦੁੱਖ ਵੀ ਪੈਦਾ ਹੋ ਰਹੇ ਨੇ ਤੇ ਇਸ ਤਰ੍ਹਾਂ ਦੀ ਅਸੀਂ ਜ਼ਿੰਦਗੀ ਜੀ ਰਹੇ ਹਾਂ। ਤੇ ਇਹਨੂੰ ਅਸੀਂ ਆਪਣੀ ਸੇਜ ਸਮਝਦੇ ਹਾਂ। ਅਹਿਸਾਸ ਨਹੀਂ ਸਾਡੇ ਅੰਦਰ। ਨਾ ਅਸੀਂ ਆਪਣੇ ਵਿਛੋੜੇ ਨੂੰ ਮਹਿਸੂਸ ਕਰ ਰਹੇ ਹਾਂ, ਨਾ ਵਿਛੋੜੇ 'ਚੋਂ ਪੈਦਾ ਹੋਣ ਵਾਲੀ ਚਿੰਤਾ ਨੂੰ ਮਹਿਸੂਸ ਕਰ ਰਹੇ ਹਾਂ, ਨਾ ਚਿੰਤਾ 'ਚੋਂ ਪੈਦਾ ਹੋਣ ਵਾਲੇ ਦੁੱਖ ਨੂੰ। ਸਗੋਂ ਇਹਨਾਂ ਨੂੰ ਆਪਣੀ ਸੇਜ ਸਮਝ ਕੇ, ਇਹਨੂੰ ਅਸੀਂ ਆਪਣੀ ਆਰਾਮਦਾਇਕ ਅਵਸਥਾ ਸਮਝ ਕੇ ਹੰਢਾ ਰਹੇ ਹਾਂ। ਯਾਨੀ ਕਿ ਸਾਨੂੰ ਆਦਤ ਪੈ ਗਈ, ਸੁਭਾਅ ਪੈ ਗਿਆ। ਤੇ ਫਿਰ ਇਸੇ ਸ਼ਲੋਕ ਨਾਲ ਰਿਲੇਟਡ ਅਗਲੇ ਸ਼ਲੋਕ ਵਿੱਚ ਵਿਆਖਿਆ ਕਰਦੇ ਨੇ, ਫਰਮਾਉਂਦੇ ਹਨ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰੋ ਨ ਉਪਜੈ, ਸੋ ਤਨ ਜਾਣ ਮਸਾਨ। ਕਹਿੰਦੇ ਨੇ ਬਿਰਹਾ, ਜਿਨ੍ਹਾਂ ਦੇ ਅੰਦਰ ਅਹਿਸਾਸ ਪੈਦਾ ਹੋਵੇ ਨਾ ਵਿਛੋੜੇ ਦਾ, ਵੀ ਅਸੀਂ ਵਿਛੜੇ ਹੋਏ ਹਾਂ, ਉਹਨਾਂ ਵਾਸਤੇ ਇਹ ਵਿਛੋੜੇ ਦਾ ਅਹਿਸਾਸ ਜਿਹੜਾ ਹੈ ਇਹ ਸੁਲਤਾਨ ਹੈ। ਬਹੁਤ ਲੋਕ ਕਹਿਣਗੇ ਵਿਛੋੜਾ ਬੁਰਾ ਹੈ, ਵਿਛੋੜਾ ਬੁਰਾ ਹੈ, ਪਰ ਉਹਨਾਂ ਲਈ ਬੁਰਾ ਹੈ ਜਿਨ੍ਹਾਂ ਦੇ ਅੰਦਰ ਕਦੇ ਅਹਿਸਾਸ ਪੈਦਾ ਨਹੀਂ ਹੁੰਦਾ ਵੀ ਅਸੀਂ ਵਿਛੜੇ ਹੋਏ ਹਾਂ ਤੇ ਮਿਲਣਾ ਵੀ ਹੈ। ਉਹਨਾਂ ਲਈ ਵਿਛੋੜਾ ਬੁਰਾ ਹੈ। ਉਸ ਨੂੰ ਮਹਾਰਾਜ ਨੇ ਕਿਹਾ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਵੈਸਾਖ ਧੀਰਨ ਕਿਉਂ ਵਾਂਢੀਆਂ। ਵਾਂਢੀਆਂ ਦਾ ਮਤਲਬ ਵਿਛੜੀਆਂ ਹੋਈਆਂ। ਉਹਨਾਂ ਦੇ ਮਨਾਂ ਨੂੰ ਧੀਰਜ ਕਿਵੇਂ ਆਵੇ? ਬਾਬਾ ਕਬੀਰ ਸਾਹਿਬ ਨੇ ਬਾਕਮਾਲ ਉਦਾਹਰਣ ਦਿੱਤੀ। ਇੱਕ ਨਾ ਪੁਜਾਰੀ ਦੇ ਹੱਥ ਵਿੱਚ ਸ਼ੰਖ ਮੰਦਰਾਂ ਵਿੱਚ ਵਜਾਉਂਦੇ ਸਨ। ਪੁਰਾਣੇ ਸਮਿਆਂ 'ਚ ਅੱਜ ਵਰਗੇ ਟਾਈਮ ਟੇਬਲ ਨਹੀਂ ਸਨ ਹੁੰਦੇ, ਜਾਂ ਇਉਂ ਕਹਿ ਲਓ ਵੀ ਟਾਈਮ ਵੇਖਣ ਦੀਆਂ ਘੜੀਆਂ, ਕਲੌਕ, ਮਸ਼ੀਨਾਂ, ਇਹ ਸਾਰਾ ਕੁਝ ਨਹੀਂ ਸੀ, ਜਾਂ ਅਨਾਉਂਸਮੈਂਟ ਕਰਨ ਦੇ ਸਾਧਨ ਨਹੀਂ ਸਨ, ਜਾਂ ਇੱਕ ਦੂਜੇ ਨੂੰ ਸੁਨੇਹਾ ਪਹੁੰਚਾਉਣ ਦੇ ਸਾਧਨ ਨਹੀਂ ਸਨ। ਤੇ ਅੱਜ ਵਰਗਾ ਆਵਾਜ਼ ਪ੍ਰਦੂਸ਼ਣ ਵੀ ਨਹੀਂ ਸੀ, ਜਿੰਨਾ ਹੁਣ ਵੌਇਸ ਪੋਲੂਸ਼ਨ ਹੈ, ਇਹਨਾਂ ਉਹਨਾਂ ਸਮਿਆਂ 'ਚ ਨਹੀਂ ਸੀ ਹੁੰਦਾ। ਖੁੱਲਾ ਬਿਲਕੁਲ ਮਾਹੌਲ ਹੈ, ਸ਼ਾਂਤ ਮਾਹੌਲ ਹੈ, ਹਵਾ ਵੀ ਸਾਫ਼ ਹੈ,
ਪਾਣੀ ਵੀ ਸਾਫ਼ ਹੈ, ਆਵਾਜ਼ ਦਾ ਸ਼ੋਰ ਸ਼ਰਾਬਾ ਕਿਤੇ ਨਹੀਂ, ਪੰਛੀਆਂ ਦੇ ਚਹਿਕਣ ਤੋਂ ਬਿਨਾਂ ਕੋਈ ਰੌਲਾ ਹੀ ਨਹੀਂ ਕਿਸੇ ਪਿੰਡ ਵਿੱਚ। ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਮੰਦਿਰ ਦੇ ਵਿੱਚ ਸ਼ਾਮ ਦੇ ਵੇਲੇ, ਸਵੇਰ ਦੇ ਵੇਲੇ ਜਦੋਂ ਵੀ ਪੰਡਿਤ ਜੀ ਨੇ ਸੰਧਿਆ ਕਰਨੀ ਹੈ, ਪੁਜਾਰੀ ਨੇ, ਸੰਧਿਆ ਦਾ ਮਤਲਬ ਹੁੰਦਾ ਹੈ 2 ਦਿਨ ਤੇ ਰਾਤ ਦਾ ਜੋੜ ਤੇ ਰਾਤ ਤੇ ਦਿਨ ਦਾ ਜੋੜ, ਉਹਨੂੰ ਸੰਧਿਆ ਕਹਿੰਦੇ ਨੇ। ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੂਝੇ ਦੁੱਖ ਪਾਏ। ਸੰਧ ਜੋੜ ਨੂੰ ਕਹਿੰਦੇ ਨੇ। ਦਿਨ ਤੇ ਰਾਤ ਦਾ ਜੋੜ ਜਿੱਥੇ ਬਣੇ ਤੇ ਰਾਤ ਤੇ ਦਿਨ ਦਾ ਜੋੜ ਜਿੱਥੇ ਬਣੇ, ਭਾਵ ਸਵੇਰੇ ਤੇ ਸ਼ਾਮ, ਉਹਨੂੰ ਸੰਧਿਆ ਕਹਿੰਦੇ ਨੇ। ਹੁਣ ਉਹ ਸੰਧਿਆ ਜਿਹੜੀ ਹੈ, ਜਿਸ ਵੇਲੇ ਉਹਨੇ ਪੂਜਾ ਦਾ ਉਹਦਾ ਵਕਤ ਹੋ ਗਿਆ, ਜੋ ਉਹਨਾਂ ਦਾ ਆਪਣਾ ਉੱਥੋਂ ਦਾ ਬਣਿਆ ਹੋਇਆ ਨਿਯਮ ਹੈ, ਉਹਨੇ ਸਭ ਤੋਂ ਪਹਿਲਾਂ ਸ਼ੰਖ ਵਜਾਉਣਾ। ਸ਼ੰਖ ਇਸ ਗੱਲ ਦਾ ਸੂਚਕ ਹੈ ਵੀ ਪੂਜਾ ਕਰਨ ਦਾ ਸਮਾਂ ਹੋ ਗਿਆ, ਵੀ ਜਿਹੜਾ ਆਉਣਾ ਚਾਹੇ ਆ ਸਕਦਾ ਜਾਂ ਮੈਂ ਕਰਨ ਲੱਗਿਆ। ਜਿਸ ਤਰ੍ਹਾਂ ਮੁੱਲਾ ਜਿਹੜਾ ਹੈ, ਉਹ ਮਸੀਤ ਦੇ ਮਨਾਰੇ ਹੁੰਦੇ ਸਨ ਤੇ ਉਹਨੇ ਮਨਾਰੇ ਤੇ ਖਲੋ ਕੇ ਪਹਿਲਾਂ ਅਜ਼ਾਨ ਦੇਣੀ, ਉਹਨੂੰ ਆਪਾਂ ਪੰਜਾਬੀ ਵਾਲੇ ਬਾਂਗ ਦੇਣਾ ਕਹਿੰਦੇ। ਬਾਬਾ ਫਰੀਦ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਬਾਂਗ ਹੀ ਸ਼ਬਦ ਵਰਤ, ਬਾਬਾ ਕਬੀਰ ਸਾਹਿਬ ਨੇ ਕਿਹਾ। ਸੋ ਉਹ ਜਿਹੜਾ ਬਾਂਗ ਦੇਣਾ ਹੈ, ਉਹਦਾ ਮਤਲਬ ਹੈ ਅਜ਼ਾਨ ਦੇਣਾ। ਅਜ਼ਾਨ ਦਾ ਮਤਲਬ ਹੁੰਦਾ ਹੈ ਆਵਾਜ਼ਾਂ ਦੇਣਾ। ਉਸ ਅਜ਼ਾਨ ਤੋਂ ਬਾਅਦ ਨਮਾਜ਼ ਸ਼ੁਰੂ ਹੁੰਦੀ ਹੈ। ਉਹ ਇੱਕ ਤਰ੍ਹਾਂ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਉਹਦੀ ਡਿਊਟੀ ਸੀ ਸੱਦਾ ਦੇਣਾ ਵੀ ਨਮਾਜ਼ ਦਾ ਸਮਾਂ ਹੋ ਗਿਆ, ਆ ਜਾਓ। ਫਿਰ ਜਿਉਂ-ਜਿਉਂ ਸਪੀਕਰ ਆਏ, ਲਾਊਡ ਸਪੀਕਰ ਆਏ, ਫਿਰ ਉਹਨਾਂ ਵਿੱਚ ਅਜ਼ਾਨ ਦਿੱਤੀ ਜਾਣ ਲੱਗੀ। ਸ਼ੰਖ ਉਹਦੇ ਵਿੱਚ ਵਜਾ ਦੇਣਾ। ਜਾਂ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਆਪਾਂ ਵੇਖਦੇ ਰਹੇ ਹਾਂ, ਸਵੇਰ ਵੇਲੇ ਅੰਮ੍ਰਿਤ ਵੇਲੇ ਪਹਿਲਾਂ ਸਮਾਂ ਵੀ ਦੱਸ ਦੇਣਾ, ਤਰੀਕ ਵੀ ਦੱਸ ਦੇ, ਕਿਉਂਕਿ ਆਮ ਘੜੀਆਂ ਨਹੀਂ ਸੀ ਹੁੰਦੀਆਂ। ਲਾਊਡ ਸਪੀਕਰ ਸਭ ਤੋਂ ਪਹਿਲਾਂ ਗੁਰਦੁਆਰੇ ਹੀ ਲੱਗਣਾ ਸੀ। ਤਾਂ ਭਾਈ ਸਾਹਿਬ ਨੇ ਸਵੇਰੇ ਉੱਠਦਿਆਂ ਹੀ ਤਰੀਕ ਵੀ ਦੱਸਣੀ, ਸਮਾਂ ਵੀ ਦੱਸਣਾ ਵੀ ਇੰਨਾ ਸਮਾਂ ਹੋ ਗਿਆ, ਦਿਨ ਵੀ ਦੱਸਣਾ, ਵਾਰ ਵੀ ਦੱਸਣਾ, ਤੇ ਨਾਲ ਹੀ ਇਹ ਦੱਸਣਾ ਵੀ ਨਿਤਨੇਮ ਸ਼ੁਰੂ ਹੋਣ ਲੱਗਾ। ਸੋ ਇਹ ਤਰੀਕੇ ਸਨ ਲੋਕਾਂ ਨੂੰ ਅਵੇਅਰ ਕਰਨ ਦੇ, ਆਪਣਾ ਸੁਨੇਹਾ ਪਹੁੰਚਾਉਣ ਦੇ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਪੰਡਿਤ, ਪੁਜਾਰੀ, ਪੁਰੋਹਿਤ ਸ਼ੰਖ ਵਜਾਉਂਦਾ ਹੈ। ਮੈਂ ਜਦੋਂ ਉਸ ਸ਼ੰਖ ਦੀ ਆਵਾਜ਼ ਸੁਣਦਾ ਤੇ ਮੈਨੂੰ ਉਹ ਸ਼ੰਖ ਰੋਂਦਾ ਹੋਇਆ ਪ੍ਰਤੀਤ ਹੁੰਦਾ। ਪਤਾ ਕਿਉਂ? ਕਿਉਂਕਿ ਸ਼ੰਖ ਘੋਗਾ ਜਿਹਾ ਹੁੰਦਾ ਜਦੋਂ ਇਹ ਪਾਣੀ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ ਨਿਕਲਦਾ। ਇੱਕ ਜੀਵ ਹੁੰਦਾ ਇੱਕ ਤਰ੍ਹਾਂ ਦਾ, ਇਹ ਹੌਲੀ ਹੌਲੀ ਪਾਣੀ ਦੇ ਵਿੱਚ ਵੱਡਾ ਹੁੰਦਾ, ਫਿਰ ਪਾਣੀ ਦੇ ਤਲ ਦੇ ਉੱਤੇ, ਕੰਢੇ ਦੇ ਉੱਤੇ ਆ ਕੇ ਲਹਿਰਾਂ ਦੇ ਨਾਲੇ ਡਿੱਗ ਪੈਂਦਾ। ਉੱਥੋਂ ਚੁੱਕ ਕੇ ਫਿਰ ਆਵਾਜ਼ ਕੱਢਦਾ, ਇਹਨੂੰ ਸਾਫ਼ ਕਰਕੇ ਤੇ ਫਿਰ ਇਹਨੂੰ ਵਜਾਇਆ ਜਾਂਦਾ ਮੂੰਹ ਦੀ ਹਵਾ ਦੇ ਨਾਲ। ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸ਼ੰਖ ਮਝੂਰ, ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ। ਕਹਿੰਦੇ ਮੈਨੂੰ ਲੋਕਾਂ ਨੂੰ ਲੱਗਦਾ ਹੈ ਸ਼ੰਖ ਸੋਹਣੀ ਆਵਾਜ਼, ਮੈਂ ਕਹਿੰਦਾ ਨਹੀਂ, ਇਹ ਚੀਕ ਝਾੜਾ ਪਾਉਂਦਾ ਹੈ, ਇਹ ਦਹਾੜਾ ਮਾਰਦਾ। ਪਤਾ ਕਿਉਂ? ਇਹ ਜਦੋਂ ਦਾ ਵਿਛੜਿਆ ਹੈ ਨਾ ਸਮੁੰਦਰ ਤੋਂ, ਉਦੋਂ ਦਾ ਪੁਜਾਰੀ ਦੇ ਹੱਥ ਵਿੱਚ ਹੈ ਤੇ ਉਹ ਇਹਨੂੰ ਵਜਾਉਂਦਾ ਹੈ ਤੇ ਇਹ ਚੀਕਾਂ ਮਾਰਦਾ। ਇੱਕ ਭਾਵ ਹੈ ਗੱਲ ਸਮਝਾਉਣ ਦਾ। ਮਨੁੱਖ ਦੇ ਜੀਵਨ ਵਿੱਚ ਵੀ ਚੀਕ ਝਾੜਾ, ਦੁੱਖ ਤੇ ਵਿਪਦਾਵਾਂ ਕਿਸੇ ਵਿਛੋੜੇ ਕਾਰਨ ਨੇ, ਤੇ ਵਿਛੜਿਆ ਇਹ ਮਾਲਕ ਕੋਲੋਂ ਹੈ। ਅਸਲ ਦਰਦ ਇਸ ਨੂੰ ਵਿਛੋੜੇ ਦੀ ਹੈ, ਪਰ ਉਹਦਾ ਇਹ ਅਹਿਸਾਸ ਨਹੀਂ ਕਰਦਾ। ਪਰ ਜਿਹੜਾ ਅਹਿਸਾਸ ਕਰਦਾ ਉਹਦੇ ਲਈ ਵਿਛੋੜੇ ਦਾ ਅਹਿਸਾਸ ਫਕਰ ਵਾਲਾ ਹੋ ਜਾਂਦਾ ਹੈ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ। ਉਹਨਾਂ ਲਈ ਇਹ ਵਿਛੋੜੇ ਤੂੰ ਸੁਲਤਾਨ ਹੈ, ਉਹ ਤੈਨੂੰ ਸਿਜਦਾ ਕਰਦਾ ਹੈ ਕਿ ਤੂੰ ਉਹਨਾਂ ਦੇ ਅੰਦਰ ਅਹਿਸਾਸ ਪੈਦਾ ਹੋਇਆ। ਫਰੀਦਾ ਜਿਤ ਤਨ ਬਿਰੋ ਨਾ ਉਪਜੈ, ਜਿਨ੍ਹਾਂ ਦੇ ਅੰਦਰ ਵਿਛੋੜੇ ਦਾ ਅਹਿਸਾਸ ਹੀ ਨਹੀਂ ਉਪਜਿਆ, ਸੋ ਤਨ ਜਾਨ ਮਸਾਨ। ਮਸਾਨ ਸ਼ਮਸ਼ਾਨ ਭੂਮੀ ਨੂੰ ਕਹਿੰਦੇ। ਉਹਨਾਂ ਦਾ ਸਰੀਰ ਸ਼ਮਸ਼ਾਨ ਭੂਮੀ ਵਰਗਾ, ਉਹਨਾਂ ਦੇ ਗਿਆਨ ਇੰਦਰੇ ਵੀ ਵਿਸ਼ੇ ਵਿਕਾਰਾਂ 'ਚ ਗਲਤਾਨ ਮਰੇ ਹੋਏ ਨੇ, ਸੁਰਤ ਵੀ ਖਪੀ ਹੋਈ ਹੈ, ਮਨ ਦੇ ਅੰਦਰ ਕੋਈ ਸੁਚੱਜਾ ਖਿਆਲ ਨਹੀਂ ਪੈਦਾ ਹੁੰਦਾ। ਹੁਣ ਸ਼ਮਸ਼ਾਨ ਭੂਮੀ 'ਚ ਮੁਰਦੇ ਹੀ ਜਾਂਦੇ ਨੇ ਨਾ, ਵਿਆਹ ਤੇ ਕਦੇ ਹੁੰਦਾ ਨਹੀਂ। ਤੋ ਉਹ ਜਿਹੜੀ ਚੀਜ਼ ਹੈ ਉਸ ਨੂੰ ਬਾਬਾ ਫਰੀਦ ਸਾਹਿਬ ਜੀ ਉਦਾਹਰਣ ਦਿੰਦੇ ਨੇ ਕਿ ਉਹ ਜਿਉਂਦੇ ਜਾਗਦੇ ਕਬਰਸਤਾਨ ਨੇ, ਜਿਉਂਦੇ ਜਾਗਦੇ ਸ਼ਮਸ਼ਾਨ ਭੂਮੀ ਨੇ, ਮਸਾਨ ਵਾਂਗ ਨੇ, ਮਿਰਤਕ ਨੇ, ਸੁਰਤ ਕਰਕੇ ਵਿਸ਼ੇ ਵਿਕਾਰਾਂ 'ਚ ਗਲਤਾਨ ਹੋ ਕੇ ਖਪੇ ਹੋਏ ਨੇ। ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਫਰੀਦਾ ਏ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ,
ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਗੰਦਲ ਕੂਲੀ ਚੀਜ਼ ਨੂੰ ਕਿਹਾ ਜਾਂਦਾ। ਕੋਈ ਪੌਦਾ ਹੋਵੇ ਤੇ ਉਹਦੀ ਜਿਹੜੀ ਸਭ ਤੋਂ ਕੂਲੀ ਜਿਹੀ ਕਰੁੰਬਲੀ ਹੁੰਦੀ ਹੈ ਉੱਤੇ, ਉਹਨੂੰ ਆਪਾਂ ਗੰਦਲ ਕਹਿੰਦੇ। ਉਹਦਾ ਜਿਹੜਾ ਕੂਲਾ ਹਿੱਸਾ ਹੋਵੇ, ਉੱਪਰਲਾ ਹਿੱਸਾ ਜਿੱਥੇ ਉਹਦੇ ਕਰੁੰਬਲ ਫੁੱਟਦੀ ਹੈ, ਉਹਨੂੰ ਗੰਦਲ ਕਿਹਾ ਜਾਂਦਾ। ਉਹ ਕੂਲੀ ਗੰਦਲ ਜਿਹੜੀ ਹੈ, ਉਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਉਦਾਹਰਣ ਵਰਤ ਕੇ ਕਹਿੰਦੇ ਨੇ, ਫਰੀਦਾ ਇਹ ਵਿਸ ਗੰਦਲਾਂ। ਕੂਲੀ ਜਿਹੀ ਗੰਦਲ ਹੋਵੇ ਤੇ ਜ਼ਹਿਰੀਲੀ ਹੋਵੇ, ਜ਼ਹਿਰ ਨਾਲ ਭਰੀ ਹੋਈ, ਤੇ ਉਹ ਕਿਸੇ ਨੂੰ ਖਵਾਉਣੀ ਹੋਵੇ ਤੇ ਉਹਨੂੰ ਖੰਡ ਮਿੱਠੇ ਚ ਲਪੇਟ ਕੇ ਕੋਈ ਦੇ ਦੇਵੇ ਕਿਸੇ ਨੂੰ, ਹੋਵੇ ਵੀ ਕੂਲੀ, ਲਪੇਟੀ ਵੀ ਮਿੱਠੇ ਚ ਹੋਵੇ, ਪਰ ਅੰਦਰ ਉਹਦੇ ਜ਼ਹਿਰ ਹੋਵੇ। ਫਰੀਦਾ ਇਹ ਵਿਸ ਗੰਦਲਾਂ, ਧਰੀਆਂ ਖੰਡ ਲਿਵਾੜ। ਕੋਈ ਉਹ ਗੰਦਲਾਂ ਧਰ ਦੇਵੇ, ਇਉਂ ਕਹਿ ਲਓ ਜਿਵੇਂ ਆਪਾਂ ਸਾਗ ਆਦਿਕ ਬਣਾਉਂਦੇ ਆ, ਗੰਦਲਾਂ ਦਾ ਹੀ ਬਣਦਾ ਇਹਨਾਂ। ਕੂਲੀਆਂ ਹੋਣ, ਮਿੱਠੀਆਂ ਬਣਾਈਆਂ ਹੋਣ, ਯਾਨੀ ਕਿ ਸਵਾਦਲੀਆਂ, ਪਰ ਹੋਣ ਜ਼ਹਿਰੀਲੀਆਂ, ਜ਼ਹਿਰ ਵਾਲੀਆਂ। ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਬੜੀ ਕੋਮਲ ਚੀਜ਼ ਹੈ, ਇਹ ਕੋਈ ਧੱਕੇ ਵਾਲੀ ਚੀਜ਼ ਨਹੀਂ। ਜੀਵਨ ਧੱਕੇ ਖੋਰਾ ਨਹੀਂ, ਕੋਮਲ ਚੀਜ਼ ਹੈ। ਇਹ ਕਰੁੰਬੜੀ ਹੈ ਛੋਟੀ ਜਿਹੀ ਇਸ ਕੁਦਰਤ ਵਿੱਚ, ਜਾਨੀ ਕਿ ਬੜਾ ਕੋਮਲ, ਬੜਾ ਸੌਫਟ, ਬੜਾ ਸੋਹਣਾ ਜੀਵਨ ਹੈ ਇਹ, ਰੇਸ਼ਮ ਵੱਤ, ਗੰਦਲ ਵੱਤ। ਪਰ ਇਹਦੇ ਅੰਦਰ ਅਸੀਂ ਜ਼ਹਿਰ ਪੈਦਾ ਕਰ ਲਿਆ ਵਿਕਾਰਾਂ ਦਾ। ਈਰਖਾ, ਨਫ਼ਰਤ, ਦਵੈਸ਼, ਭੇਦ ਭਾਵ, ਵੈਰ ਭਾਵਨਾ, ਮੰਦੀ ਸੋਚਣੀ, ਕ੍ਰੋਧ, ਇਹ ਸਾਰੀਆਂ ਚੀਜ਼ਾਂ ਜ਼ਹਿਰ ਨੇ ਇਹਦੇ ਅੰਦਰ। ਤ੍ਰਿਸ਼ਨਾ, ਤੇ ਇਸ ਨੂੰ ਅਸੀਂ ਵਿਖਾਵੇ ਦੀ ਖੰਡ ਚ ਲਪੇਟਦੇ ਹਾਂ, ਪਖੰਡ ਦੀ ਖੰਡ ਚ, ਕਿ ਅੰਦਰ ਜ਼ਹਿਰ ਹੈ, ਜੀਵਨ ਕੀਮਤੀ ਹੈ, ਤੇ ਲਪੇਟਿਆ ਕਾਹਦੇ ਚ? ਪਖੰਡ ਚ, ਵਿਖਾਵੇ ਚ, ਅੰਦਰ ਦਾ ਜ਼ਹਿਰ ਕਿਸੇ ਨੂੰ ਨਜ਼ਰ ਨਾ ਆਵੇ। ਫਰੀਦਾ ਇਹ ਵਿਸ ਗੰਦਲਾਂ, ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਕਹਿੰਦੇ ਨੇ ਕਈ ਨੇ ਜਿਹੜੇ ਇਹੋ ਜਿਹੀ ਗੰਦਲਾਂ ਹੀ ਜੀਵਨ ਚ ਪੈਦਾ ਕਰ ਰਹੇ ਨੇ, ਇਹੋ ਜਿਹੀ ਫਸਲ ਆਪਣੀ ਜ਼ਿੰਦਗੀ ਦੀ ਪੈਦਾ ਕਰ ਰਹੇ ਨੇ, ਜਿਹਦੇ ਹੈ ਤਾਂ ਜ਼ਿੰਦਗੀ ਦੇ ਪਲ ਕਰੁੰਬੜਾਂ ਵਰਗੇ, ਗੰਦਲਾਂ ਵਰਗੇ ਚੰਗੇ ਕੀਮਤੀ ਨੇ, ਪਰ ਉਹਨਾਂ ਚ ਜ਼ਹਿਰ ਭਰ ਰਹੇ ਨੇ ਤੇ ਵਿਖਾਵਿਆਂ ਨਾਲ ਉਹਨੂੰ ਪੇਸ਼ ਕਰ ਰਹੇ ਨੇ। ਕਈ ਇਹ ਫਸਲ ਪੈਦਾ ਕਰਨ ਲੱਗੇ ਹੋਏ ਨੇ, ਕਈ ਆਪਣੀ ਖੇਤੀ ਉਜਾੜ ਕੇ ਤੁਰਦੇ ਬਣੇ, ਭਾਵ ਕਈ ਚਲੇ ਗਏ ਇਹ ਕੰਮ ਕਰਦੇ, ਤੇ ਕਈ ਇਸ ਕੰਮ ਵਿੱਚ ਅਜੇ ਲੱਗੇ ਹੋਏ ਨੇ। ਪਰ ਇਸ ਤਰ੍ਹਾਂ ਕਰਕੇ ਮਨੁੱਖ ਆਪਣੇ ਜੀਵਨ ਦਾ ਕੀਮਤੀ ਸਮਾਂ ਜਾਈ ਗਵਾਉਂਦਾ ਹੈ। ਅਗਲੇ ਸ਼ਲੋਕ ਵਿੱਚ ਇਸ ਗੱਲ ਦਾ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਪ੍ਰਗਟਾਵਾ ਕੀਤਾ ਹੈ। ਆਪਾਂ ਕੱਲ ਦੇ ਦੀਵਾਨ ਵਿੱਚ ਅਗਲੇਰੇ ਸ਼ਲੋਕਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ। ਪਾਤਸ਼ਾਹ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।